ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ BA ਸਮੈਸਟਰ 3 ਹਿਸਟਰੀ ਦੀ ਵੀਡੀਓ ਸੀਰੀਜ਼ ਦੇ ਵਿੱਚ ਆਪਾਂ ਕਰ ਰਹੇ ਹਾਂ ਅੰਗਰੇਜ਼ਾਂ ਦੀ ਲੈਂਡ ਰੈਵਨਿਊ ਸਿਸਟਮ ਮਾਲੀਆ ਨੀਤੀ। ਖੇਤੀਬਾੜੀ ਵਾਲੀ ਨੀਤੀ ਆਪਾਂ ਕਰ ਚੁੱਕੇ ਹਾਂ। ਅਗਰ ਤੁਹਾਨੂੰ ਖੇਤੀਬਾੜੀ ਵਾਲਾ ਕੁਐਸਚਨ ਆ ਜਾਏ ਕਿ ਖੇਤੀ ਸੰਬੰਧੀ ਕਿਹੜੇ ਸੁਧਾਰ ਕੀਤੇ ਨੇ ਤਾਂ ਤੁਸੀਂ ਦੋਨਾਂ ਕੁਐਸਚਨਾਂ ਦੇ ਵਿੱਚੋਂ ਵੀ ਲਿਖ ਸਕਦੇ ਹੋ, ਠੀਕ ਹੈ। ਲੇਕਿਨ ਪ੍ਰੋਪਰ ਅਗਰ ਮਾਲੀਆ ਸਿਸਟਮ ਆ ਜਾਏ ਤਾਂ ਤੁਸੀਂ ਇਹ ਵੀ ਲਿਖ ਸਕਦੇ ਹੋ। ਅਗਰ ਤੁਹਾਨੂੰ ਖੇਤੀਬਾੜੀ ਦੇ ਵਣੀਜੀਕਰਨ ਕਿੱਦਾਂ ਹੋਇਆ, ਵਪਾਰੀਕਰਨ ਕਿੱਦਾਂ ਹੋਇਆ, ਤਾਂ ਉਹ ਕੁਐਸਚਨ ਆਪਾਂ ਕਰ ਚੁੱਕੇ ਹਾਂ, ਠੀਕ ਹੈ। ਸੋ ਕੁਐਸਚਨ ਜਿਹੜੇ ਨੇ ਤੁਸੀਂ ਮਿਕਸ ਕਰਕੇ ਵੀ ਦੋਨੋਂ ਲਿਖ ਸਕਦੇ ਹੋ। ਤੇ ਨਾਲ ਹੀ ਦੋਸਤੋ ਹੋਰ ਵੀ ਕਾਫੀ ਸਾਰਾ ਕੰਟੈਂਟ ਮੇਰੇ ਚੈਨਲ 'ਤੇ ਅਵੇਲੇਬਲ ਹੈ, ਸੋ ਚੈੱਕਆਊਟ ਜ਼ਰੂਰ ਕਰਿਓ। ਅਤੇ ਇਹ ਟਾਈਮ ਚੈਨਲ ਦੇ ਗਰੋ ਕਰਨ ਦਾ, ਸੋ ਸਪੋਰਟ ਕਰੋ। ਬਿਕੋਜ਼ ਤੁਹਾਨੂੰ ਪਤਾ ਹੈ ਕਿ 16-17 ਹਜ਼ਾਰ ਹੀ ਸਬਸਕ੍ਰਾਈਬਰ ਨੇ ਆਪਣੇ, ਤਾਂ ਘੱਟੋ ਘੱਟ ਆਪਣੇ 25-30 ਹਜ਼ਾਰ ਸਬਸਕ੍ਰਾਈਬਰ ਤਾਂ ਜ਼ਰੂਰ ਹੋਣੇ ਚਾਹੀਦੇ। ਨਾਲੇ ਮੈਪ ਦੀ ਵੀਡੀਓ ਵੀ ਮੈਂ ਪਾ ਦਿੱਤੀ ਹੈ। ਜਿਹੜੇ ਬੱਚੇ ਕਮੈਂਟ ਕਰਕੇ ਪੁੱਛ ਰਹੇ ਕਿ ਮੈਡਮ ਮੈਪ ਮੈਂ ਪਾ ਦਿੱਤਾ ਇੱਕ 1857 ਦਾ ਵਿਦਰੋਹ 99% ਸ਼ੋਰਟੀ ਹੈ ਕਿ ਉਹਦੇ ਵਿੱਚੋਂ ਆਏਗਾ। ਇੱਕ ਮੈਂ ਮੈਪ ਹੋਰ ਕਰਵਾਉਂਗੀ, ਠੀਕ ਹੈ। ਜ਼ਿਆਦਾ ਨਹੀਂ ਕਰਵਾਇਆ ਜਾਣਾ, ਤਾਂ ਇੱਕ ਮੈਪ ਹੋਰ ਕਰਵਾਉਂਗੀ ਇੰਪੋਰਟੈਂਟ ਵਾਲਾ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਅੰਗਰੇਜ਼ਾਂ ਦੀ ਲੈਂਡ ਰੈਵਨਿਊ ਸਿਸਟਮ। ਖੇਤੀਬਾੜੀ ਕਰ ਚੁੱਕੀ ਹੈ ਨਾ ਆਪਾਂ ਕਿ ਵਣੀਜੀਕਰਨ, ਵਪਾਰੀਕਰਨ ਖੇਤੀ ਦਾ ਕਿਵੇਂ ਹੋਇਆ। ਪੇਂਡੂ ਕਰਜ਼ਦਾਰੀ ਵਾਲਾ ਕੁਐਸਚਨ ਵੀ ਆਪਾਂ ਕਰ ਚੁੱਕੇ ਹਾਂ, ਤਾਂ ਇਹ ਕੁਐਸਚਨ ਇੰਪੋਰਟੈਂਟ ਹੈ। ਤਾਂ ਸਥਾਈ ਬੰਦੋਬਸਤ, ਰੇਤਵਾੜੀ ਬੰਦੋਬਸਤ ਅਤੇ ਮਹਾਲਵਾੜੀ ਬੰਦੋਬਸਤ, ਇਹ ਤਿੰਨੇ ਬੰਦੋਬਸਤ ਆਪਾਂ ਨੇ ਲਿਖ ਕੇ ਆਣੇ। ਸ਼ਾਰਟ ਦੇ ਵਿੱਚ ਵੀ ਇਹ ਇੰਪੋਰਟੈਂਟ ਹੈ, ਅਗਰ ਲੌਂਗ 'ਚ ਵੀ ਆ ਜਾਂਦੇ ਆ ਤਾਂ ਵੀ ਵੈਲ ਗੁੱਡ ਹੈ, ਠੀਕ ਹੈ। ਤਾਂ ਭਾਰਤੀਆਂ ਲਈ ਭੂਮੀ ਹਮੇਸ਼ਾ ਆਮਦਨ ਦਾ ਸਰੋਤ ਰਹੀ ਹੈ। ਹਰ ਕਾਲ 'ਚ ਭੂਮੀ ਮਹੱਤਵਪੂਰਨ ਸਮਝੀ ਜਾਂਦੀ ਹੈ। ਬਿਕੋਜ਼ ਕੀ ਹੁੰਦਾ ਸੀਗਾ, ਪਹਿਲਾਂ ਜਿਹਦੇ ਕੋਲ ਜਿੰਨੇ ਖੇਤ ਹੁੰਦੇ ਸੀ ਉਹ ਓਨਾ ਹੀ ਅਮੀਰ ਸਮਝਿਆ ਜਾਂਦਾ ਸੀ। ਤਾਂ ਅੰਗਰੇਜ਼ ਜਦੋਂ ਭਾਰਤ ਆਏ ਨੇ ਤਾਂ ਉਹਨਾਂ ਨੇ ਦੇਖਿਆ ਕਿ ਭਾਰਤ ਦਾ ਜਿਹੜਾ ਲੈਂਡ ਦੇ ਉੱਤੇ ਚੰਗੀ ਤਰ੍ਹਾਂ ਕੰਮ ਨਹੀਂ ਕੀਤਾ ਜਾ ਰਿਹਾ। ਇਹਨਾਂ ਨੂੰ ਜਿਹੜਾ ਹੈ ਆਪਾਂ, ਕਿਉਂਕਿ ਕੀ ਕਰਦੇ ਹੁੰਦੇ ਸੀ, ਆਪਣੇ ਖਾਣ ਲਈ ਅਨਾਜ ਪੈਦਾ ਕਰਦੇ ਸੀ, ਜਾਂ ਫਿਰ ਪੂਰੇ ਆਪਣੇ ਸਮਾਜ ਜਿਹੜਾ ਹੁੰਦਾ ਸੀਗਾ, ਜੇ ਪਿੰਡ ਦੇ ਵਿੱਚ ਜਿਹਦੇ ਵਿੱਚ ਰਹਿੰਦੇ ਸੀ ਉਹਦੇ ਰਿਲੇਟਡ ਜਿਨ੍ਹਾਂ ਕੋਲ ਜ਼ਮੀਨ ਨਹੀਂ ਸੀ, ਆਪਾਂ ਉਹਨਾਂ ਲਈ ਵੀ ਅਨਾਜ ਪੈਦਾ ਕਰ ਲੈਂਦੇ ਸੀ। ਕਿਉਂਕਿ ਆਪਾਂ ਬਾਰਟਰ ਸਿਸਟਮ ਕਰਦੇ ਸੀ, ਚੀਜ਼ ਬਦਲੇ ਚੀਜ਼ ਲੈਂਦੇ ਹੁੰਦੇ ਸੀਗੇ, ਠੀਕ ਹੈ। ਘੜੇ ਲੈਣੇ ਆ ਤਾਂ ਵੀ ਆਪਾਂ ਕਣਕ ਦੇ ਕੇ ਘੜੇ ਲੈ ਲੈਂਦੇ ਸੀ, ਹੈ ਨਾ। ਖਾਣ ਪੀਣ ਦਾ ਸਮਾਨ ਲੈਣਾ ਤਦ ਵੀ, ਤਾਂ ਇੱਦਾਂ ਦਾ ਚੀਜ਼ਾਂ ਚੱਲਦੀਆਂ ਹੁੰਦੀਆਂ ਸੀਗੀਆਂ। ਪਰ ਜਦੋਂ 18ਵੀਂ ਸਦੀ ਦੇ ਵਿੱਚ ਅੰਗਰੇਜ਼ਾਂ ਨੇ ਦੇਖਿਆ ਕਿ ਵੀ ਇੱਥੇ ਤਾਂ ਬਹੁਤ ਕੁਝ ਕਰਨ ਵਾਲਾ ਹੈ ਨਾ, ਤਾਂ ਖੇਤੀ ਨੂੰ ਸੁਧਾਰਨਾ ਚਾਹੀਦਾ। ਕਿਉਂਕਿ ਉਹਨਾਂ ਨੇ ਪ੍ਰਸ਼ਾਸਨਿਕ ਸੁਧਾਰ ਹੋਰ ਵੀ ਕਰਨੇ ਸੀ, ਤਾਂ ਕਰਕੇ ਇਹਨਾਂ ਨੇ ਲੈਂਡ ਦੇ ਉੱਤੇ ਫੋਕਸ ਕਰਨਾ ਸਟਾਰਟ ਕਰਤਾ ਕਿ ਵੱਧ ਤੋਂ ਵੱਧ ਇੱਥੋਂ ਪੈਦਾਵਾਰ ਕਿੱਦਾਂ ਜਨਰੇਟ ਕਰੀਏ, ਟੈਕਸ ਕਿੱਦਾਂ ਜਨਰੇਟ ਕਰੀਏ, ਬਾਹਰਲੇ ਦੇਸ਼ਾਂ ਨੂੰ ਨਿਰਯਾਤ ਕਿੱਦਾਂ ਕਰੀਏ। ਸੋ ਇਹਨਾਂ ਨੇ ਦਿਮਾਗ ਤੋਂ ਕੰਮ ਲਿੱਤਾ ਅਤੇ ਬਹੁਤ ਸਾਰੇ ਸੁਧਾਰ ਕਰਨ ਲਈ ਪੈਸਿਆਂ ਦੀ ਲੋੜ ਸੀ। ਤਾਂ ਉਹ ਕਿੱਥੋਂ ਇਨਕਮ ਜਨਰੇਟ ਹੋਣੀ ਸੀ? ਲੈਂਡਸ ਤੋਂ, ਭੂਮੀ ਤੋਂ, ਖੇਤਾਂ ਤੋਂ। ਤਾਂ ਇੱਥੇ ਆ ਕੇ ਇਹਨਾਂ ਨੇ 3 ਤਰ੍ਹਾਂ ਦੇ ਬੰਦੋਬਸਤ ਲਾਗੂ ਕੀਤੇ। ਬੰਗਾਲ ਦਾ ਸਥਾਈ ਬੰਦੋਬਸਤ, ਰੇਤਵਾੜੀ ਬੰਦੋਬਸਤ ਅਤੇ ਮਹਲਵਾੜੀ। 1 ਬਾਏ 1 ਸਮਝਾਂਗੇ ਕਿ ਕਿਹੜੇ ਕਿਹੜੇ ਬੰਦੋਬਸਤ ਕਿਵੇਂ ਕਿਵੇਂ ਜਿਹੜੇ ਸੀਗੇ ਇਸਟੈਬਲਿਸ਼ ਹੋਏ ਸੀ। ਬੰਗਾਲ ਦਾ ਸਥਾਈ ਬੰਦੋਬਸਤ, ਲਾਰਡ ਕਾਰਨਵਾਲਿਸ ਇੱਕ ਮਹਾਨ ਵਿਅਕਤੀ ਸੀ ਅਤੇ ਮਹਾਨ ਸਫਲਤਾ ਉਹਨੇ ਕੀਤੀ ਹੈ। ਜਦੋਂ 1786 ਦੇ ਵਿੱਚ ਉਹ ਭਾਰਤ ਦਾ ਗਵਰਨਰ ਜਨਰਲ ਬਣ ਕੇ ਆਇਆ ਤਾਂ ਉਸਨੇ ਦੇਖਿਆ ਕਿ ਭਾਰਤ ਦੀ ਮਾਲੀ ਹਾਲਤ ਬਹੁਤ ਖਰਾਬ ਹੈ, ਖਜ਼ਾਨਾ ਖਾਲੀ ਹੈ ਅਤੇ ਜਿਹੜਾ ਹੈ ਫਸਲਾਂ 'ਤੇ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ, ਪ੍ਰੋਡਕਸ਼ਨ ਵੀ ਇੰਨੀ ਨਹੀਂ ਹੈਗੀ ਹੈ। ਇਸ ਕਰਕੇ ਇਹਨਾਂ ਨੇ ਕੀ ਕੀਤਾ, ਬੰਦੋਬਸਤ ਕਰਨ, ਕੁਝ ਨਾ ਕੁਝ ਸਿਸਟਮ ਐਸਾ ਚਲਾਇਆ, ਯੋਜਨਾਵਾਂ ਬਣਾਈਆਂ ਜਿਹਦੇ ਨਾਲ ਭਾਰਤ ਦੀ ਖੇਤੀ ਵੀ ਸੁਧਰੇ, ਇਨਕਮ ਵੀ ਜਨਰੇਟ ਹੋਵੇ, ਨਿਰਯਾਤ ਲਈ ਵੀ ਕੱਚਾ ਮਾਲ ਮਿਲ ਜੇ। ਸੋ ਇਹ ਸਾਰਾ ਕੁਝ ਜਿਹੜਾ ਸੀ ਇਹਨਾਂ ਨੇ ਦੇਖਣਾ ਸੀ। ਪਲੱਸ ਪ੍ਰਸ਼ਾਸਨਿਕ ਸੁਧਾਰਾਂ ਲਈ ਪੈਸਾ ਵੀ ਜਿਹੜਾ ਸੀਗਾ ਲੈਂਡ ਤੋਂ ਹੀ ਇਕੱਠਾ ਕਰਨਾ ਸੀ। ਤਾਂ ਉਹ ਕਿੱਦਾਂ ਕੀਤਾ? ਤਾਂ ਇਸ ਤੋਂ ਪਹਿਲਾਂ ਜਿਹੜਾ ਕਾਰਨਵਾਲਿਸ ਸੀ, ਇਸ ਤੋਂ ਪਹਿਲਾਂ ਵਾਰਨ ਹੇਸਟਿੰਗਸ ਇੱਥੇ ਆਇਆ ਹੋਇਆ ਸੀ, ਉਸਨੇ ਬੜੀਆਂ ਗਲਤੀਆਂ ਕੀਤੀਆਂ। ਉਸਨੇ ਕੀ ਕਰਦਾ ਹੁੰਦਾ ਸੀਗਾ, ਉਹ ਆਪਾਂ ਨੇ ਪਿੱਛੇ ਵੀ ਪੜ੍ਹਿਆ ਕਿ ਜਦੋਂ ਵਾਰਨ ਹੇਸਟਿੰਗਸ ਆਇਆ ਉਸਨੇ ਬੋਲੀਆਂ ਜਿਹੜੀਆਂ ਸੀਗੀਆਂ ਲੈਣੀਆਂ ਸਟਾਰਟ ਕਰਤੀਆਂ। ਜ਼ਿਮੀਂਦਾਰ ਬੋਲੀਆਂ ਦਿੰਦੇ ਹੁੰਦੇ ਸੀ, ਜਿਹੜਾ ਹਾਈ ਬੋਲੀ ਦਿੰਦਾ ਹੁੰਦਾ ਸੀਗਾ ਤਾਂ ਜ਼ਮੀਨ ਉਸ ਨੂੰ ਦੇ ਦਿੱਤੀ ਜਾਂਦੀ ਸੀ ਕੁਝ ਈਅਰਸ ਦੇ ਲਈ। ਅਤੇ ਇੰਨੀ ਜ਼ਿਆਦਾ ਕਈ ਵਾਰ ਬੋਲੀ ਹੁੰਦੀ ਸੀ ਕਿ ਉਹ ਜੋਸ਼ ਦੇ ਵਿੱਚ ਬੋਲੀ ਜ਼ਿਆਦਾ ਬੋਲ ਦਿੰਦਾ ਸੀ ਅਤੇ ਇੰਨਾ ਇਨਕਮ ਉਹ ਰੈਵਨਿਊ ਜਮ੍ਹਾਂ ਹੀ ਨਹੀਂ ਸੀ ਕਰਵਾ ਪਾਉਂਦਾ। ਤਾਂ ਖੇਤੀ ਦੀ ਹਾਲਤ ਵੱਲ ਉਹਦਾ ਕੋਈ ਧਿਆਨ ਨਹੀਂ ਸੀ ਹੁੰਦਾ ਅਤੇ ਉਹ ਕਰਜ਼ੇ ਥੱਲੇ ਡੁੱਬੀ ਜਾਂਦਾ ਸੀ। ਸੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀ ਅਤੇ ਖੇਤੀ ਬਾਰੇ ਕੋਈ ਵੀ ਸੁਧਾਰਨ ਦੀ ਉਹ ਕੋਸ਼ਿਸ਼ ਨਹੀਂ ਸੀ ਕਰਦੇ, ਜ਼ਿਮੀਂਦਾਰ ਹੁੰਦੇ ਸੀ। ਤਾਂ ਜਿਹੜਾ ਵਾਰਨ ਹੇਸਟਿੰਗ ਸੀ ਉਸਨੇ ਖੇਤੀ ਬਾਰੇ ਕੋਈ ਵੀ ਸੁਧਾਰ ਨਹੀਂ ਕੀਤਾ। ਪੈਦਾਵਾਰ ਘਟਣ ਲੱਗ ਗਈ ਅਤੇ ਖੇਤ ਵਿਹਲੇ ਹੀ ਪਏ ਰਹਿਣ ਲੱਗ ਗਏ, ਠੀਕ ਹੈ। ਅਤੇ ਜ਼ਿਆਦਾ ਤੋਂ ਜ਼ਿਆਦਾ ਲਗਾਨ ਹਾਸਲ ਕਰਨ ਲਈ ਜ਼ਿਮੀਂਦਾਰਾਂ ਨੇ ਕੀ ਕੀਤਾ, ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾਤਾ, ਉਹਨਾਂ 'ਤੇ ਅਤਿਆਚਾਰ ਜਿਹੜੇ ਸੀ ਕਰਨੇ ਸਟਾਰਟ ਕਰਤੇ। ਤਾਂ ਇਹ ਹਾਲਤ ਸੁਧਾਰਨ ਲਈ ਲਾਰਡ ਕਾਰਨਵਾਲਿਸ ਜਿਹੜਾ ਸੀਗਾ, ਇਸਨੇ 1793 ਦੇ ਵਿੱਚ ਬੰਗਾਲ 'ਚ ਸਥਾਈ ਬੰਦੋਬਸਤ ਲਾਗੂ ਕੀਤਾ, ਸਟੇਬਿਲਿਟੀ ਆ ਗਈ। ਇਸ ਤੋਂ ਪਹਿਲਾਂ ਕੀ ਸੀ,
ਇਸਨੇ ਕੀ ਕੀਤਾ, ਸਭ ਤੋਂ ਪਹਿਲਾਂ ਬੰਗਾਲ ਵਿੱਚ, ਫਿਰ ਬਿਹਾਰ 'ਚ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਦੇ ਕੁਝ ਰਾਜਾਂ ਵਿੱਚ ਸਥਾਈ ਬੰਦੋਬਸਤ ਲਾਗੂ ਕੀਤਾ। ਸਥਾਈ ਬੰਦੋਬਸਤ ਦੀਆਂ ਵਿਸ਼ੇਸ਼ਤਾਵਾਂ ਕੀ ਸੀ, ਕੀ ਇਹਦੇ ਵਿੱਚ ਇਨਕਲੂਡ ਸੀ? ਜ਼ਿੰਮੀਦਾਰਾਂ ਨੂੰ ਭੂਮੀ ਦਾ ਮਾਲਕ ਮੰਨ ਲਿਆ ਗਿਆ। ਹੁਣ ਦੇਖੋ ਇਹਨਾਂ ਦੀ ਭੂਮੀ ਬਣ ਗਈ, ਪਹਿਲਾਂ ਤਾਂ ਇਹ ਕਿਸਾਨਾਂ ਤੋਂ ਗਰਾਉਂਦੇ ਸੀਗੇ ਹੈ ਨਾ, ਅਤੇ ਬੋਲੀਆਂ ਲਗਾ ਲਗਾ ਕੇ ਰੈਵਨਿਊ ਇਕੱਠਾ ਕਰਕੇ ਜਿਹੜਾ ਸੀ ਸਰਕਾਰ ਨੂੰ ਦਿੰਦੇ ਸੀਗੇ, ਤਾਂ ਇਹਨਾਂ ਦਾ ਖੇਤੀ ਵੱਲ ਧਿਆਨ ਨਹੀਂ ਸੀ। ਪਰ ਹੁਣ ਕੀ ਹੋ ਗਿਆ, ਭੂਮੀ ਦੇ ਮਾਲਕ ਇਹਨਾਂ ਨੂੰ ਮੰਨ ਲਿਆ ਗਿਆ ਵੀ ਤੁਸੀਂ ਭੂਮੀ ਦੇ ਮਾਲਕ ਹੋ, ਵੱਧ ਤੋਂ ਵੱਧ ਪੈਦਾਵਾਰ ਵੀ ਕਰੋ, ਰੈਵਨਿਊ ਵੀ ਜਨਰੇਟ ਕਰੋ। ਤਾਂ ਇਹਨਾਂ ਦਾ ਧਿਆਨ ਜਿਹੜਾ ਸੀ ਥੋੜ੍ਹਾ ਜਿਹਾ ਖੇਤੀ ਵੱਲ ਆਉਣਾ ਸਟਾਰਟ ਹੋ ਗਿਆ। ਤਾਂ ਇਹ ਜਿਹੜਾ ਸੀਗਾ ਨਿਸ਼ਚਿਤ ਮਾਲੀਆ ਸਰਕਾਰ ਨੂੰ ਦਿੰਦੇ ਸੀ ਅਤੇ ਭੂਮੀ ਉੱਤੇ ਅਧਿਕਾਰ ਵੀ ਉਹਨਾਂ ਦਾ ਰਹਿੰਦਾ ਸੀ। ਮਾਲੀਏ ਦੀ ਦਰ 10/11 ਨਿਸ਼ਚਿਤ ਕੀਤੀ ਗਈ, ਘਾਟਾ ਵਾਧਾ ਨਹੀਂ ਸੀ ਕੀਤਾ ਜਾਂਦਾ ਵੀ ਤੁਸੀਂ ਜਿਹੜਾ ਹੈ 10/11 ਹੀ ਜਿਹੜਾ ਹੈ ਨਿਸ਼ਚਿਤ ਮਾਲੀਆ ਦੇਣਾ ਔਰ ਇਹ ਦੇਣਾ ਹੀ ਦੇਣਾ। ਫਸਲਾਂ ਨਸ਼ਟ ਹੋ ਜਾਂਦੀਆਂ ਸੀ, ਫੋਰ ਐਗਜ਼ਾਮਪਲ ਫਲੱਡ ਆ ਗਿਆ, ਹੈ ਨਾ, ਸੋਕਾ ਆ ਗਿਆ, ਕੁਛ ਵੀ ਕੁਦਰਤੀ ਆਫਤਾ ਆ ਗਈ ਤਾਂ ਨਿਸ਼ਚਿਤ ਲਗਾਨ ਜਮ੍ਹਾਂ ਕਰਾਉਣਾ ਪੈਂਦਾ ਸੀ, ਨਹੀਂ ਤਾਂ ਸਰਕਾਰ ਜ਼ਮੀਨ ਦਾ ਕੁਝ ਹਿੱਸਾ ਵੇਚਣਾ ਸਟਾਰਟ ਕਰ ਦਿੰਦੀ ਸੀ। ਜ਼ਿਮੀਂਦਾਰਾਂ ਨੂੰ ਮਿਲੇ ਪ੍ਰਸ਼ਾਸਨਿਕ ਅਧਿਕਾਰ ਜਿਹੜੇ ਸੀ, ਜਿੰਨੇ ਵੀ ਪ੍ਰਸ਼ਾਸਨ 'ਚ ਉਹਨਾਂ ਨੂੰ ਅਧਿਕਾਰ ਮਿਲੇ ਸੀ, ਉਹ ਖੋ ਕੇ ਸਿਰਫ ਔਰ ਸਿਰਫ ਜ਼ਮੀਨਾਂ ਦਾ ਅਧਿਕਾਰ ਦੇ ਦਿੱਤਾ ਗਿਆ। ਠੀਕ ਹੈ, ਅਤੇ ਉਹਨਾਂ ਨੂੰ ਕਿਸਾਨਾਂ ਨੂੰ ਅਤੇ ਜ਼ਿਮੀਂਦਾਰਾਂ ਨੂੰ ਜਿਹੜਾ ਸੀਗਾ ਮਾਮਲਿਆਂ ਤੋਂ ਸਰਕਾਰ ਕਹਿੰਦੀ ਵੀ ਅਸੀਂ ਦੂਰ ਰਵਾਂਗੇ। ਸਰਕਾਰ ਨੇ ਆਪਣਾ ਜਿਹੜਾ ਸੀ ਪੱਲਾ ਝਾੜ ਲਿਆ, ਜ਼ਿਮੀਂਦਾਰ ਅਤੇ ਕਿਸਾਨਾਂ ਦੇ ਮਾਮਲਿਆਂ ਤੋਂ ਦੂਰ ਹੋ ਗਏ। ਕਿਸਾਨਾਂ ਨਾਲ ਕੌਣ ਡੀਲ ਕਰਨ ਲਈ ਛੱਡਤੇ? ਜ਼ਿਮੀਂਦਾਰ। ਕਿਸਾਨਾਂ ਤੋਂ ਜ਼ਮੀਨੀ ਅਧਿਕਾਰ ਜਿਹੜੇ ਸੀ ਉਹ ਵੀ ਖੋਲੇ, ਕਿਸ ਨੂੰ ਦੇ ਦਿੱਤੇ ਗਏ? ਜ਼ਿਮੀਂਦਾਰਾਂ ਨੂੰ। ਤਾਂ ਸਥਾਈ ਬੰਦੋਬਸਤ ਦੇ ਲਾਭ ਵੀ ਹੋਏ ਨੇ। ਸਰਕਾਰ ਦੀ ਆਮਦਨ ਨਿਸ਼ਚਿਤ ਹੋ ਗਈ, ਸਰਕਾਰ ਨੂੰ ਲਾਭ ਹੋਏ, ਨਿਸ਼ਚਿਤ ਆਮਦਨ ਮਿਲਣ ਲੱਗ ਗਈ, ਤਾਂ ਉਹਨਾਂ ਨੇ ਪ੍ਰਸ਼ਾਸਨਿਕ ਜਿਹੜੇ ਸੀ ਕੰਮ ਕਰਨੇ ਸਟਾਰਟ ਕਰਤੇ। ਫਾਈਨ। ਪ੍ਰਸ਼ਾਸਨ 'ਚ ਕੁਸ਼ਲਤਾ ਆ ਗਈ, ਕਿਉਂਕਿ ਭੂਮੀ ਲਗਾਉਣ ਦੇ ਵਿੱਚ ਜਿਹੜੀ ਸੀ ਸਰਕਾਰ ਬਿਜ਼ੀ ਰਹਿੰਦੀ ਸੀ, ਤਾਂ ਉਹਨਾਂ ਦਾ ਧਿਆਨ ਜਿਹੜਾ ਸੀ ਹੁਣ ਪ੍ਰਸ਼ਾਸਨ ਦੇ ਵੱਲ ਚਲਾ ਗਿਆ, ਹੋਰ ਵਿਭਾਗਾਂ ਵੱਲ ਵੀ ਉਹ ਧਿਆਨ ਦੇਣ ਲੱਗ ਗਏ। ਖੇਤੀ ਉੱਨਤ ਹੋ ਗਈ, ਕਿਉਂਕਿ ਜ਼ਿਮੀਂਦਾਰਾਂ ਨੂੰ ਪਹਿਲਾਂ ਖੇਤੀ 'ਚ ਦਿਲਚਸਪੀ ਨਹੀਂ ਸੀ, ਪਰ ਹੁਣ ਉਹ ਇਸ ਨੂੰ ਉੱਨਤ ਕਰਨ ਦੇ, ਵੱਧ ਤੋਂ ਵੱਧ ਰੈਵਨਿਊ ਜਨਰੇਟ ਕਰਨ ਦੇ ਜਿਹੜੇ ਸੀਗੇ ਢੰਗ ਸੋਚਣ ਲੱਗ ਗਏ, ਵੱਧ ਪੈਦਾਵਾਰ ਕਰਨ ਦੀ ਕੋਸ਼ਿਸ਼ ਕਰਨ ਲੱਗ ਗਏ। ਹੁਣ ਜ਼ਮੀਨ ਦੇ ਉਹ ਮਾਲਕ ਬਣ ਗਏ, ਤਾਂ ਜ਼ਮੀਨ ਜਿੱਥੇ ਜਿੱਥੇ ਬੰਜਰ ਜ਼ਮੀਨਾਂ ਸੀ ਉੱਥੇ ਵੀ ਇਹਨਾਂ ਨੇ ਜਿਹੜਾ ਸੀਗਾ ਪੈਦਾਵਾਰ ਉਗਾਣੀ, ਜਿਹੜਾ ਹੈ ਉਤਪਾਦਨ ਕਰਨਾ ਖੇਤੀ ਦਾ ਸਟਾਰਟ ਕਰਤਾ ਸੀ। ਦੇਖੋ ਰੁੱਖਾਂ ਨੂੰ ਵੀ ਸਾਫ਼ ਕਰਵਾ ਕੇ ਜ਼ਿਮੀਂਦਾਰਾਂ ਨੇ, ਜਿੱਥੇ ਜਿੱਥੇ ਰੁੱਖ ਉੱਗੇ ਹੋਏ ਸੀ, ਇਹਨਾਂ ਦੀਆਂ ਜ਼ਮੀਨਾਂ ਖਾਲੀ ਬੰਜਰ ਪਈਆਂ ਸੀ, ਤਾਂ ਉੱਥੇ ਵੀ ਇਹਨਾਂ ਨੇ ਰੈਵਨਿਊ ਵੱਧ ਤੋਂ ਵੱਧ ਜਨਰੇਟ ਕਰਨ ਲਈ ਜਿਹੜਾ ਸੀਗਾ ਕੋਸ਼ਿਸ਼ਾਂ ਕਰਨੀਆਂ ਸਟਾਰਟ ਕਰਤੀਆਂ। ਤਾਂ ਉਹਨੂੰ ਵੀ ਫਰਟਾਈਲ ਭੂਮੀ, ਉਪਜਾਊ ਭੂਮੀ ਬਣਾਤਾ ਜਿਹੜੀਆਂ ਬੰਜਰ ਪਈਆਂ ਸੀ। ਤਾਂ ਬ੍ਰਿਟਿਸ਼ ਰਾਜ ਨੂੰ ਸਥਿਰਤਾ ਪ੍ਰਾਪਤ ਹੋਈ, ਬਿਕੋਜ਼ ਪੈਸਾ ਆਉਣ ਲੱਗ ਗਿਆ। ਤਾਂ ਇਹਨਾਂ ਨੇ ਪ੍ਰਸ਼ਾਸਨਿਕ ਸੁਧਾਰ ਕੀਤੇ, ਕੋਈ ਅੱਛੇ ਕੰਮ ਵੀ ਕੀਤੇ, ਕੁਝ ਮਾੜੇ ਕੰਮ ਵੀ ਕੀਤੇ। ਤਾਂ ਇਹਨਾਂ ਨੇ ਜ਼ਿਮੀਂਦਾਰਾਂ ਨੂੰ ਮਾਲਕ ਬਣਾਤਾ। ਅੰਗਰੇਜ਼ਾਂ ਦੇ ਇਸ ਕੰਮ ਦੇ ਨਾਲ ਜ਼ਿਮੀਂਦਾਰ ਉਹਨਾਂ ਦੇ ਪੱਕੇ ਚੇਲੇ ਬਣ ਗਏ, ਕਿਉਂਕਿ ਜ਼ਮੀਨਾਂ 'ਤੇ ਮਾਲਕ ਹੋ ਗਏ, ਉਹਨਾਂ ਦੀ ਇਨਕਮ ਵੀ ਵਧਣ ਲੱਗੀ, ਸਰਕਾਰ ਦੀ ਵੀ ਵਧ ਰਹੀ, ਔਰ ਹਾਲਤ ਕਿਹਦੀ ਖਰਾਬ ਹੋ ਰਹੀ ਸੀ? ਕਿਸਾਨਾਂ ਦੀ। ਫਾਈਨ। ਹੁਣ ਇਹਦੇ ਦੋਸ਼ ਵੀ ਸੀਗੇ, ਲਾਭ ਆਪਾਂ ਕੀਤੇ ਤਾਂ ਦੋਸ਼ ਵੀ ਸੀਗੇ। ਜ਼ਿਮੀਂਦਾਰਾਂ ਦਾ ਵਿਨਾਸ਼ ਹੋਣਾ ਸਟਾਰਟ ਹੋ ਗਿਆ। ਕਿਉਂ? ਕਿਉਂਕਿ ਕਈ ਵਾਰ ਕੀ ਹੁੰਦਾ ਸੀਗਾ ਕਿ ਲੋਕ ਜ਼ਿਮੀਂਦਾਰਾਂ ਦੇ ਨਾਲ ਨਫ਼ਰਤ ਕਰਨੀ ਸਟਾਰਟ ਹੋ ਗਏ ਸੀ। ਸਰਕਾਰ ਮੁਆਵਜ਼ੇ ਵੀ ਜਿਹੜੇ ਵੱਡੀ ਰਕਮ ਵਸੂਲਦੀ ਸੀ, ਤਾਂ ਬਹੁਤ ਸਾਰੇ ਜ਼ਿਮੀਂਦਾਰ ਕਰਜ਼ੇ ਥੱਲੇ ਆ ਗਏ ਸੀ, ਕਿਉਂਕਿ ਸਮੇਂ ਸਿਰ ਵਸੂਲੀ ਨਹੀਂ ਸੀ ਦੇ ਸਕਦੇ, ਅਤੇ ਬਹੁਤ ਸਾਰੀਆਂ ਜ਼ਮੀਨਾਂ ਇਹਨਾਂ ਦੀਆਂ ਵਿਕ ਗਈਆਂ, ਭਿਖਾਰੀ ਬਣ ਕੇ ਰਹਿ ਗਏ। ਹੁਣ ਦੇਖੋ ਕਾਫੀ ਸਾਰੇ ਕਿਸਾਨਾਂ ਤੋਂ ਇਹਨਾਂ ਨੇ ਅੰਗੂਠਾ ਲਗਾ ਕੇ ਜ਼ਮੀਨਾਂ ਖਰੀਦ ਲਈਆਂ ਜ਼ਿਮੀਂਦਾਰਾਂ ਨੇ। ਠੀਕ ਹੈ, ਅਤੇ ਰੈਵਨਿਊ ਦਾ ਟੈਕਸ ਜਿਹੜਾ ਸੀ ਸਰਕਾਰ ਨੇ ਵਧਾ ਦਿੱਤਾ ਸੀਗਾ। ਇਸ ਕਰਕੇ ਜ਼ਿਮੀਂਦਾਰ ਹੋਰ ਉਹਨਾਂ ਦੀ ਕਈ ਵਾਰ ਹਾਲਤ ਖਰਾਬ ਹੁੰਦੀ ਸੀ, ਬਿਕੋਜ਼ ਕਈ ਵਾਰ ਕੁਦਰਤੀ ਆਪਦਾ ਆ ਜਾਂਦੀ ਸੀ, ਤਾਂ ਜ਼ਿਮੀਂਦਾਰ ਦਾ ਵੀ ਬੁਰਾ ਹਾਲ ਹੋਣਾ ਸਟਾਰਟ ਹੋ ਗਿਆ ਸੀ। ਕਿਸਾਨਾਂ ਦਾ ਤਾਂ ਹੋ ਹੀ ਰਿਹਾ ਸੀ। ਕਿਸਾਨਾਂ ਦੇ ਹਿੱਤਾਂ ਦੀ ਅਣਦੇਖੀ ਕੀਤੀ ਜਾ ਰਹੀ ਸੀ। ਕਿਉਂ? ਕਿਉਂਕਿ ਉਹਨਾਂ ਨੂੰ ਬਿਲਕੁਲ ਹੀ ਅਣਗੌਲਿਆ ਕੀਤਾ ਜਾ ਰਿਹਾ ਸੀ। ਕਿਸਾਨ ਜਿਹੜੇ ਸੀਗੇ ਉਹ ਨੌਕਰ ਬਣ ਗਏ ਸੀ, ਜ਼ਿਮੀਂਦਾਰ ਜਿਹੜੇ ਸੀ ਮਾਲਕ ਬਣ ਗਏ ਸੀ। ਜ਼ਿਮੀਂਦਾਰਾਂ ਨੇ ਕਿਸਾਨਾਂ ਤੋਂ ਅੰਗੂਠੇ ਲਗਵਾ ਕੇ ਉਹਨਾਂ ਦੀ ਜ਼ਮੀਨ ਹੜੱਪਣੀ ਸਟਾਰਟ ਵੀ ਕਰਤੀ ਸੀ। ਸਰਕਾਰ ਨੂੰ ਆਰਥਿਕ ਨੁਕਸਾਨ ਸ਼ੁਰੂ ਹੋ ਗਏ ਸੀ। ਪਹਿਲਾਂ ਤਾਂ ਲਾਭ ਹੋਇਆ, ਬਾਅਦ ਦੇ ਵਿੱਚ ਨੁਕਸਾਨ ਹੋਣ ਲੱਗ ਗਿਆ। ਜ਼ਮੀਨਾਂ ਤੋਂ ਆਮਦਨ ਤਾਂ ਵੱਧਦੀ ਗਈ, ਪਰ ਜ਼ਿਮੀਂਦਾਰ ਜਿਹੜੇ ਸੀ ਕਰ ਬਹੁਤ ਜ਼ਿਆਦਾ ਵਸੂਲਣ ਲੱਗੇ, ਤਾਂ ਕਰਕੇ ਲੋਕ ਜਿਹੜੇ ਸੀ ਕਿਸਾਨ ਛੋਟੇ ਉਹ ਸਰਕਾਰ ਦੇ ਦੁਸ਼ਮਣ ਬਣ ਗਏ, ਜ਼ਿਮੀਂਦਾਰਾਂ ਦੇ ਵੀ ਦੁਸ਼ਮਣ ਬਣ ਗਏ। ਸੋ ਇਹਦੇ ਕਰਕੇ ਤਾਂ ਜਿਹੜਾ ਸੀ ਕ੍ਰਾਂਤੀ ਆਉਣੀ ਸਟਾਰਟ ਹੋ ਗਈ ਸੀ। ਜ਼ਿਮੀਂਦਾਰਾਂ ਦੀ ਗੁੰਡਾਗਰਦੀ। ਹੁਣ ਜ਼ਿਮੀਂਦਾਰ ਕੀ ਸੀਗੇ, ਇਹਨਾਂ ਨੂੰ ਪਤਾ ਸੀ ਕਿ ਸਰਕਾਰ ਨੂੰ ਪੈਸਾ ਇਕੱਠਾ ਕਰਕੇ ਦੇਣਾ ਕਿਸਾਨਾਂ ਤੋਂ, ਤਾਂ ਇਹ ਲੈਵਿਸ਼ ਲਾਈਫ ਜਿਹੜੀ ਸੀ, ਐਸ਼ੋ ਆਰਾਮ ਵਾਲੀ ਲਾਈਫ ਜਿਉਣ ਲੱਗ ਗਏ। ਅਤੇ ਇਹਨਾਂ ਨੇ ਆਮਦਨ ਵਧਾਉਣ ਲਈ ਹੋਰ ਸੋਰਸਿਸ ਵੀ ਜਨਰੇਟ ਕਰ ਲਏ, ਗੁੰਡੇ ਰੱਖ ਲਏ ਕਰ ਉਗਰਾਉਣ ਲਈ। ਜਿੰਨਾ ਵੀ ਟੈਕਸ ਉਗਰਾਉਣਾ ਹੁੰਦਾ ਸੀ ਤਾਂ ਗੁੰਡੇ ਛੱਡੇ ਜਾਂਦੇ ਸੀ, ਉਹ ਕੁੱਟਮਾਰ ਕਰਦੇ ਸੀ, ਅਤੇ ਵਿੱਚੋਂ ਆਪਦਾ ਵੀ ਜਿਹੜਾ ਸੀ ਸ਼ੇਅਰ ਰੱਖ ਲੈਂਦੇ ਸੀ, ਅਤੇ ਜ਼ਿਮੀਂਦਾਰਾਂ ਨੂੰ ਕਹਿੰਦੇ ਸੀ ਕਿ ਇਹਨਾਂ ਨੇ ਪੈਸੇ ਨਹੀਂ ਦਿੱਤੇ, ਹੈ ਨਾ। ਸੋ ਇੱਦਾਂ ਦੇ ਕਰਪਸ਼ਨ ਵਾਲੇ ਕੰਮ, ਭ੍ਰਿਸ਼ਟਾਚਾਰ ਵਾਲੇ ਕੰਮ ਸਟਾਰਟ ਹੋ ਗਏ, ਅਤਿਆਚਾਰ ਵਾਲਾ ਕੰਮ ਸਟਾਰਟ ਹੋ ਗਿਆ। ਗੈਰ ਖੇਤੀ ਵਰਗ ਅਤੇ ਕਰ। ਸਰਕਾਰ ਨੇ ਘਾਟਾ ਪੂਰਾ ਕਰਨ ਲਈ ਗੈਰ ਖੇਤੀ ਵਰਗ ਅਤੇ
ਜਿਹੜੇ ਗੈਰ ਖੇਤੀ ਲੋਕ ਸੀ, ਫੋਰ ਐਗਜ਼ਾਮਪਲ ਮੂਰਤੀ ਸਾਜ ਹੋ ਗਏ ਹੈ ਨਾ, ਮੂਰਤੀਆਂ ਬਣਾਉਣ ਵਾਲੇ, ਤਰਖਾਣ ਹੋ ਗਏ, ਲੋਹਾਰ ਹੋ ਗਏ, ਸੁਨਿਆਰ ਹੋ ਗਏ, ਇਹਨਾਂ ਦੇ ਉੱਤੇ ਵੀ ਟੈਕਸ ਜਿਹੜਾ ਸੀ ਉਹ ਗ੍ਰਹਿਣ ਸਟਾਰਟ ਕਰਤਾ। ਕਿਸਾਨਾਂ ਤੋਂ ਤਾਂ ਲੈ ਹੀ ਰਹੇ ਸੀ, ਇਹਨਾਂ ਤੋਂ ਵੀ ਲੈਣਾ ਜਨਰੇਟ ਕਰਨਾ, ਹਾਈ ਇੰਟਰਸਟ ਦੇ ਉੱਤੇ ਜਿਹੜਾ ਸੀਗਾ ਰੈਵਨਿਊ ਵਸੂਲਣਾ ਇਹਨਾਂ ਲੋਕਾਂ ਤੋਂ ਵੀ ਸਟਾਰਟ ਕਰਤਾ ਜਿਹੜੇ ਗੈਰ ਖੇਤੀ ਵਰਗ ਸੀਗੇ। ਉਸ ਤੋਂ ਬਾਅਦ 'ਚ ਆਇਆ ਸਥਾਈ ਬੰਦੋਬਸਤ ਤੋਂ ਬਾਅਦ 'ਚ ਰੈयतवाड़ी ਬੰਦੋਬਸਤ। 1820 ਦੇ ਵਿੱਚ ਥਾਮਸ ਮੁਨਰੋ ਨੇ ਮਦਰਾਸ ਵਿੱਚ ਇਹ ਲਾਗੂ ਕੀਤਾ। ਰੈयतवाड़ी ਬੰਦੋਬਸਤ ਕਿਹਾ ਜਾਂਦਾ ਹੈ। ਇਸ ਵਿੱਚ ਜਿਹੜਾ ਸੀਗਾ ਸਭ ਤੋਂ ਪਹਿਲਾਂ ਇਹ ਮਦਰਾਸ ਵਿੱਚ ਲਾਗੂ ਕੀਤਾ ਗਿਆ, ਫਿਰ ਬੰਬੇ 'ਚ ਲਾਗੂ ਕੀਤਾ ਗਿਆ ਅਤੇ ਫਿਰ ਜਿਹੜਾ ਸੀ ਥੋੜ੍ਹੇ ਬਹੁਤੇ ਹੋਰ ਏਰੀਆਜ਼ ਦੇ ਵਿੱਚ ਲਾਗੂ ਕੀਤਾ ਗਿਆ। ਸਰਕਾਰ ਨੇ ਕਿਸਾਨ ਯਾਨੀ ਕਿ ਰैयत, ਠੀਕ ਹੈ, ਰैयतवाड़ी ਦਾ ਮਤਲਬ ਕੀ ਹੈ, ਕਿਸਾਨਾਂ ਦੇ ਰਿਲੇਟਡ ਕੋਈ ਵੀ ਬੰਦੋਬਸਤ। ਤਾਂ ਕਿਸਾਨ ਯਾਨੀ ਕਿ ਰैयਤਾਂ ਦੇ ਨਾਲ ਸਰਕਾਰ ਨੇ ਸਿੱਧਾ ਸਮਝੌਤਾ ਕਰ ਲਿਆ, ਠੀਕ ਹੈ। ਪਹਿਲਾਂ ਜਿਹੜਾ ਸੀ ਵਿਚਕਾਰ ਕੀ ਸੀਗੇ, ਜ਼ਿਮੀਂਦਾਰ, ਠੀਕ ਹੈ, ਪਹਿਲਾਂ ਜ਼ਮੀਂਦਾਰ ਸੀ, ਹੁਣ ਕੀ ਹੋ ਗਏ, ਸਰਕਾਰ ਹੋ ਗਈ ਅਤੇ ਕਿਸਾਨ ਹੋ ਗਏ। ਫਾਈਨ, ਇਹ ਦੋਨੋਂ ਇਕੱਠੇ ਹੋ ਗਏ। ਇਹਨਾਂ ਨੇ ਸਿੱਧਾ ਹੀ ਕਿਸਾਨਾਂ ਨੇ ਕੋਈ ਵੀ ਰੈਵਨਿਊ ਹੁੰਦਾ ਸੀ ਸਰਕਾਰ ਕੋਲ ਲੈ ਕੇ ਜਾਂਦੇ ਸੀ ਅਤੇ ਭੂਮੀ ਦਾ ਮਾਲਕ ਕਿਸਾਨਾਂ ਨੂੰ ਮੰਨ ਲਿਆ ਗਿਆ ਅਤੇ ਉਹਨਾਂ ਨੇ ਕਿਸਾਨਾਂ ਅੱਗੇ ਸ਼ਰਤ ਰੱਖੀ ਕਿ ਸਮੇਂ ਸਿਰ ਬਸ ਲਗਾਨ ਤੁਸੀਂ ਦਿੰਦੇ ਰਹੋ, ਜ਼ਮੀਨ ਤੁਹਾਡੀ ਹੈ, ਠੀਕ ਹੈ। ਜ਼ਿੰਮੇਦਾਰਾਂ ਨੂੰ ਕੱਢ ਕੇ ਏਜੰਟਾਂ ਵਿਚੋਲਿਆਂ ਨੂੰ ਬਾਹਰ ਮਾਰਿਆ। 20-30 ਸਾਲ ਬਾਅਦ ਕਹਿੰਦੇ ਜਿਹੜਾ ਟੈਕਸ ਦੀ ਰਕਮ ਹੈ, ਰੈਵਨਿਊ ਦੀ ਰਕਮ ਹੈ, ਉਹ ਅਸੀਂ ਵਧਾਵਾਂਗੇ। 20-30 ਸਾਲ ਤੱਕ ਤਾਂ ਤੁਸੀਂ ਇੱਦਾਂ ਹੀ ਜਮ੍ਹਾਂ ਕਰਵਾਉਂਦੇ ਰਹੋ। ਇਸ ਬੰਦੋਬਸਤ ਰਾਹੀਂ ਕਿਸਾਨਾਂ ਦਾ ਭਲਾ ਵੀ ਥੋੜ੍ਹਾ ਬਹੁਤਾ ਸੋਚਿਆ ਗਿਆ। ਜਿੰਨੇ ਵੀ ਏਜੰਟ ਵਿਚੋਲੇ ਸੀ ਖਤਮ ਕਰ ਦਿੱਤੇ ਗਏ। ਜੋ ਲਗਾਨ ਨਿਸ਼ਚਿਤ ਕੀਤਾ ਸੀ ਉਸ 'ਚ ਫੇਰ ਬਦਲ ਕੋਈ ਵੀ ਨਹੀਂ ਸੀ ਕਰ ਸਕਦਾ, ਆਪਣੇ ਕੋਲੋਂ ਵਧਾ ਕੇ ਨਹੀਂ ਸੀ ਕਹਿ ਸਕਦਾ। ਤਾਂ ਰੈयतवाड़ी ਨੇ ਸਥਾਈ ਬੰਦੋਬਸਤ ਦੇ ਦੋਸ਼ ਦੂਰ ਕੀਤੇ, ਕਿਸਾਨਾਂ ਦੀ ਹਾਲਤ ਸੁਧਰਨ ਲੱਗੀ, ਲਾਭਦਾਇਕ ਨਤੀਜੇ ਨਿਕਲੇ ਅਤੇ ਆਮਦਨ ਵੀ ਸਰਕਾਰ ਦੀ ਵਧਣ ਲੱਗੀ। ਪਰ ਇਹ ਸਥਾਈ ਬੰਦੋਬਸਤ ਤੋਂ ਵਧੀਆ ਬੰਦੋਬਸਤ ਮੰਨਿਆ ਗਿਆ ਕਿਉਂਕਿ ਇਹਦੇ ਵਿੱਚ ਜਿਹੜੇ ਰैयत ਯਾਨੀ ਕਿ ਕਿਸਾਨ ਸੀ ਉਹੀ ਟੈਕਸ ਜਿਹੜਾ ਸੀਗਾ ਖੁਦ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਕੇ ਆਉਂਦੇ ਸੀ। ਪਰ ਦੋਸ਼ ਵੀ ਬਹੁਤ ਜ਼ਿਆਦਾ ਸੀ। ਸਰਕਾਰ ਨੇ ਕਿਸਾਨਾਂ ਤੋਂ ਜ਼ਿਆਦਾ ਟੈਕਸ ਵਸੂਲਿਆ, 45% ਟੂ 55%। ਦੇਖੋ, ਜ਼ਮੀਨਾਂ ਦੇ ਜਿੰਨੀ ਵੀ ਪੈਦਾਵਾਰ ਹੋ ਰਹੀ ਹੈ ਉਨਾ ਉਸਦਾ ਹਾਫ, ਠੀਕ ਹੈ। ਅਗਰ 100% ਜ਼ਮੀਨ 'ਤੇ ਕੋਈ ਪੈਦਾਵਾਰ ਹੋ ਰਹੀ ਹੈ 20, ਠੀਕ ਹੈ, 20 ਟਨ ਕਣਕ ਹੋ ਰਹੀ ਹੈ ਤਾਂ 10 ਟਨ ਉਹਨਾਂ ਨੂੰ ਦੇ ਕੇ ਆਉਣੀ ਹੈ। ਸੋ ਐਸਾ ਕੁਝ ਹੋ ਰਿਹਾ ਸੀ। ਸਮੇਂ 'ਤੇ ਨਾ ਲਗਾਨ ਦੇਣ ਦੇ ਉੱਤੇ ਸਰਕਾਰ ਜ਼ਮੀਨ ਵੇਚ ਸਕਦੀ ਸੀ, ਕੁਰਕੀ ਕਰ ਸਕਦੀ ਸੀ, ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾਣ ਲੱਗ ਗਿਆ। ਆਫਤਾਂ ਦੇ ਸਮੇਂ ਵੀ, ਫਸਲਾਂ ਖਰਾਬ ਹੋਣ 'ਤੇ ਵੀ ਜਾਂ ਕੋਈ ਮਹਾਂਮਾਰੀ ਆਉਣ 'ਤੇ ਵੀ ਜਿਹੜਾ ਹੈ ਰੈਵਨਿਊ ਜਿਹੜਾ ਸੀ ਜਮ੍ਹਾਂ ਕਰਾਉਣਾ ਪੈਂਦਾ ਸੀਗਾ। ਤਾਂ ਇਹਦੇ ਨਾਲ ਕੀ ਹੋ ਰਿਹਾ ਸੀ, ਉਹ ਕਿਸਾਨ ਜਿਹੜੇ ਸੀਗੇ ਨਾ ਤਾਂ ਉਹਨਾਂ ਕੋਲ ਦਾਣੇ ਹੁੰਦੇ ਸੀਗੇ ਖਾਣ ਨੂੰ ਕਿਉਂਕਿ ਫਸਲ 'ਤੇ ਆਪਦਾ ਆ ਜਾਂਦੀ ਸੀਗੀ, ਕੋਈ ਵੀ ਜਿਹੜਾ ਹੈ ਡਿਜ਼ਾਸਟਰ ਆ ਜਾਂਦਾ ਸੀ ਜਾਂ ਫਸਲ ਖਰਾਬ ਹੋ ਜਾਂਦੀ ਸੀ, ਫਲੱਡ ਆ ਗਿਆ ਜਾਂ ਕੁਝ ਹੋਰ ਹੋ ਗਿਆ ਤਾਂ ਉਹਨਾਂ ਨੂੰ ਭੁੱਖਮਰੀ ਦੇ ਟਾਈਮ ਦੇ ਵਿੱਚ ਵੀ ਆਪਣੀ ਜਿਹੜਾ ਹੈਗਾ ਟੈਕਸ ਦੇ ਕੇ ਆਉਣਾ ਪੈਂਦਾ ਸੀ। ਅਤੇ ਕਿਵੇਂ ਦਿੰਦੇ ਹੁੰਦੇ ਸੀ, ਉਹ ਆਪਣੀ ਜ਼ਮੀਨ ਵੇਚ ਕੇ ਦਿੰਦੇ ਸੀਗੇ ਜਾਂ ਫਿਰ ਬੌਂਡਡ ਲੇਬਰ ਬਣ ਕੇ, ਬੰਦੂਆ ਮਜ਼ਦੂਰ ਬਣ ਜਾਂਦੇ ਸੀ ਸਰਕਾਰ ਦਾ, ਉਹਨਾਂ ਦੇ ਘਰੇ ਕੰਮ ਕਰਦੇ ਹੁੰਦੇ ਸੀ। ਤਾਂ ਕਾਫੀ ਸਾਰੇ ਤਰੀਕੇ ਸੀਗੇ ਟੈਕਸ ਵਾਪਸ ਕਰਨ ਦੇ, ਰੈਵਨਿਊ ਵਾਪਸ ਕਰਨ ਦੇ। ਮਾਹਲਵਾੜੀ ਬੰਦੋਬਸਤ। ਜੇਮਸ ਥੋਮਸਨ ਅਤੇ ਰੋਬਰਟ ਬਰਡ ਨੇ ਪੱਛਮੀ ਯੂਪੀ ਅਤੇ ਮੱਧ ਪ੍ਰਦੇਸ਼ ਵਿੱਚ ਮਾਹਲਵਾੜੀ ਜਿਹੜਾ ਸੀਗਾ ਬੰਦੋਬਸਤ ਲਾਗੂ ਕੀਤਾ। ਬਾਅਦ ਦੇ ਵਿੱਚ ਪੰਜਾਬ 'ਚ ਵੀ ਲਾਗੂ ਕੀਤਾ ਗਿਆ ਮਾਹਲਵਾੜੀ। ਇਸ ਦੇ ਵਿੱਚ ਕੀ ਹੁੰਦਾ ਸੀ, ਜਿਹੜਾ ਪਿੰਡ ਦਾ ਸਮੂਹ ਭਾਈਚਾਰਾ ਉਹਨੂੰ ਮਹੱਲ ਕਿਹਾ ਜਾਂਦਾ ਸੀ, ਮਹਾਲ ਜਾਂ ਫਿਰ ਮਹਿਲ ਕਿਹਾ ਜਾਂਦਾ ਸੀ, ਠੀਕ ਹੈ। ਮਹੱਲ ਜਿਹੜਾ ਹੁੰਦਾ ਸੀਗਾ, ਇਹ ਸਾਰੇ ਗਰੁੱਪ ਦੇ ਵਿੱਚ ਜਿਹੜੇ ਮਹੱਲ ਹੁੰਦੇ ਸੀਗੇ ਇਹ ਕੀ ਕਰਦੇ ਸੀ, ਟੈਕਸ ਇਕੱਠਾ ਕਰਕੇ ਸਰਕਾਰ ਨੂੰ ਦੇ ਕੇ ਆਉਂਦੇ ਸੀ ਅਤੇ ਭਾਈਚਾਰੇ ਦੇ ਕਿਸਾਨ ਹੀ ਹੁੰਦੇ ਸੀ ਟੈਕਸ ਇਕੱਠਾ ਕਰਨ ਦੇ ਲਈ। ਜਦੋਂ ਉਹ ਲਗਾਨ ਨਹੀਂ ਸੀ ਦੇ ਸਕਦੇ ਤਾਂ ਜਿਹੜਾ ਹੋਰ ਉਹਨਾਂ ਦਾ ਭਾਈਚਾਰਾ ਉਹ ਟੈਕਸ ਜਿਹੜਾ ਸੀ ਆਪਣਾ ਸ਼ੇਅਰ ਜਿਹੜਾ ਸੀ ਵਿੱਚ ਪਾ ਦਿੰਦੇ ਸੀ। ਤਾਂ ਇਸ ਦੇ ਨਾਲ ਜਿਹੜਾ ਸੀਗਾ ਸਰਕਾਰ ਨੂੰ ਵੀ ਕੋਈ ਪ੍ਰੋਬਲਮ ਨਹੀਂ ਸੀ ਹੁੰਦੀ ਅਤੇ ਨਾਲ ਹੀ ਕਿਸਾਨਾਂ ਨੂੰ ਵੀ ਨਹੀਂ ਸੀ ਹੁੰਦੀ। ਪਰ ਦੋਸ਼ ਇਹ ਸੀਗੇ ਲਗਾਨ ਬਹੁਤ ਜ਼ਿਆਦਾ ਵਸੂਲ ਕੀਤਾ ਜਾਂਦਾ ਸੀ ਅਤੇ ਜ਼ਮੀਨ ਦੀ ਕੁਰਕੀ ਵੀ ਕਰ ਦਿੱਤੀ ਜਾਂਦੀ ਸੀ। ਸੋ ਇਹ ਸੀ ਅੱਜ ਦਾ ਵੀਡੀਓ। ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ। ਧੰਨਵਾਦ।